सलाम की अल्लाह पाक करे तंदुरुस्ती इसी बात साफ रहे सलाम में कायम कर दी नमाज में कायम कर दी तौफीक ता करे ਆਮੀਨ। ਤੇ ਚਰਚ ਨਹੀਂ ਆਏ ਅਸੀਂ ਇੰਨੀ ਦੂਰੋਂ ਜਿਹੜਾ ਨਾ ਚੱਲੇ ਆ ਤੇ ਤੁਹਾਡੇ ਕੋਲ ਚਰਚ ਆਏ ਆ। ਬਾਬੇ ਨੇ ਲੱਤ ਦਾ ਮਸਲਾ ਬਣਿਆ ਖੜਾ ਤਾਂ ਪਰ ਕੀ ਹੋਇਆ ਕੀ? ਪੱਠੇ ਵੀ ਖੇਚੇ ਪ੍ਰਾਹੁਣੇ ਆਏ ਜੀ ਚਲੋ ਦੋ ਗੱਲਾਂ ਕਰਕੇ ਫਿਰ ਦੁਆ ਕਰਨੀ। ਤੇ ਤੁਸੀਂ ਨਹੀਂ ਆਏ? ਕੁਰਸੀ ਤੇ तो दुआ की थी दुआ करके ना ਤੁਸੀਂ ਗਏ ਬਸ। तो कोई जी थी ना जारी दे दे ਤੁਹਾਡੇ ਤਰ੍ਹਾਂ ਕੋਈ ਸਾਹ ਵੀ ਸੀ ਅੱਛਾ ਤੇ ਉਹਦੇ ਕੋਲ ਗਏ ਚਲੇ ਸਾਂ ਅੱਛਾ ਹਾਂ ਮੋਟਰਸਾਈਕਲ ਤੋਂ ਆਇਆ ਸੀ ਪੁਲਿਸ ਵਾਲੇ ਸੀ ਤੇ ਉੱਥੇ ਫਿਰ ਬੈਠੇ ਖਲੋਤੇ ਰਹੇ ਉਹਦੇ ਕੋਲ ਕੋਈ ਦੱਸ ਦੇ ਲੇਟ ਹੋ ਗਏ ਨੇ ਉੱਥੋਂ ਫਿਰ ਜਦੋਂ ਖਤਮ ਹੋਇਆ ਇਧਰੋਂ ਆ ਰਿਹਾ ਇਧਰੋਂ ਮੈਂ ਆ ਰਿਹਾ ਇਹਨੂੰ ਤੇ ਇੱਥੇ ਬੈਠ ਕੇ ਗਈ ਮੈਂ ਕਿਹਾ ਹੁਣ ਤੱਕ ਚਰਚਾ ਖਤਮ ਹੋ ਗਿਆ। ਚਰਚ ਨਹੀਂ ਖਤਮ ਹੁੰਦਾ ਬੰਦੇ ਹੀ ਖਤਮ ਹੋਣਾ ਕਿਉਂਕਿ ਚਰਚੇ ਇੱਥੇ ਦੇਖਦੇ ਰਹਿਣ ਉਹ ਤੈਨੂੰ ਦੱਸਿਆ ਯਾਰ ਸਾਡੀਆਂ ਰੂਨਗਾ ਹਟ ਜਾਂਦੀਆਂ ਨੇ ਕਿਉਂ ਬਾਈ ਚਰਚ ਹਫਤੇ ਬਾਅਦ ਲੱਗਦਾ ਹੈਗਾ ਕਿ ਘੰਟੇ 2 ਘੰਟੇ ਵਾਸਤੇ 2 ਘੰਟੇ ਵਾਸਤੇ ਹੋਏਗਾ 2 ਘੰਟੇ ਬਸ ਟਾਈਮ ਕੱਢਿਆ ਕਰੋ ਜਿਹੜਾ ਨਾ। ਅਸੀਂ ਤਾਂ ਚਲੋ ਅੱਜ ਆਏ ਆ ਫਿਰ ਹੋਰੇ ਕਿਦੋਂ ਆਣਾ ਹੈ ਲੇਕਿਨ ਚਲੋ ਦੱਸ ਕੇ ਤਾਂ ਜਾ ਸਕਦੇ ਨੇ ਕਿ ਬਹੁਤ ਜ਼ਰੂਰੀ ਹੈਗਾ ਚਰਚ ਜਾਣਾ ਜਮਾ ਹੋਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਬਾਈਬਲ ਦੱਸਦੀ ਹੈ ਕਿ ਸਾਡੀ ਜ਼ਿੰਦਗੀ 'ਚ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਨਾ ਬਿਮਾਰੀਆਂ ਜਾਂ ਫਿਰ ਘਰਾਂ ਦੇ ਅੰਦਰ ਜੋ ਵੀ ਪ੍ਰੋਬਲਮਸ ਚੱਲਦੀਆਂ ਨੇ ਲੜਾਈਆਂ ਝਗੜੇ ਜੀ ਇਹ ਸਾਡੀਆਂ ਆਪਣੀਆਂ ਗਲਤੀਆਂ ਦੀ ਵਜ੍ਹਾ ਤੋਂ ਹੁੰਦੀਆਂ। ਥੋੜਾ ਮੁਸ਼ਕਲ ਹੁੰਦਾ ਸੁਣਨਾ ਇਸ ਚੀਜ਼ ਨੂੰ ਨਾ। ਜੀ ਸਾਡੇ ਘਰ ਵੀ ਲੋਕ ਬਿਮਾਰ ਹੁੰਦੇ ਨੇ ਮੈਂ ਵੀ ਬਿਮਾਰ ਹੁੰਨਾ ਲੇਕਿਨ ਮੈਂ ਜਦੋਂ ਬਿਮਾਰ ਹੁੰਨਾ ਮੈਂ ਫਿਰ ਖੁਦਾ ਨੂੰ ਕਹਿੰਦਾ ਖੁਦਾਵੰਦ ਮੇਰੇ ਕੋਲ ਕੋਈ ਗਲਤੀ ਹੋਈ ਹੋਣੀ ਹੈ ਕਿਉਂਕਿ ਬਾਈਬਲ ਦੱਸਦੀ ਹੈ ਬਿਮਾਰੀ ਸਾਡੇ ਅੰਦਰ ਵੜਦੀ ਜਦੋਂ ਸਾਡੇ ਕੋਲ ਗਲਤੀ ਹੁੰਦੀ ਹੈ ਸਾਡੇ ਕੋਲ ਗਲਤੀ ਹੁੰਦੀ ਹੈ। ਗੁਨਾਹ ਦੀ ਮਜ਼ਦੂਰੀ ਮੌਤ ਹੈ ਯਾਨੀ ਕਿ ਗੁਨਾਹ ਜਿਹੜਾ ਨਾ ਮੌਤ ਲੈ ਕੇ ਆਉਂਦਾ ਤੇ ਮੌਤ ਵੱਲ ਲੈ ਕੇ ਜਾਣ ਵਾਸਤੇ ਨਾ ਗੁਨਾਹ ਸਾਨੂੰ ਬਿਮਾਰੀਆਂ ਝਗੜੇ ਇਹਨਾਂ ਦੇ ਵਿੱਚ ਜਿਹੜਾ ਨਾ ਉਹ ਜਕੜ ਦਿੰਦਾ ਹੈ। ਐਸਾ ਤਾਂ ਮੌਤ ਵੱਲ ਲੈ ਕੇ ਜਾਣਾ ਨਾ ਉਹਨੇ ਸਾਨੂੰ ਤੇ ਇਸ ਲਈ ਰੂਹਾਨੀ ਜਿਹੜੀ ਅੰਦਰੋਂ ਜਿਹੜਾ ਨਾ ਸਾਡਾ ਰੂਹ ਜਿਹੜਾ ਨਾ ਉਹਨੂੰ ਬੜਾ ਗੰਦਾ ਕਰ ਦਿੰਦਾ ਹੈ। ਆਪਣਾ ਕੰਮ ਕਰਨਾ ਚਾਹ ਰਿਹਾ ਹੁੰਦਾ ਤਾਂ ਕਿ ਜਦੋਂ ਅਦਾਲਤ ਦਾ ਵਕਤ ਆਵੇ ਤੇ ਅਸੀਂ ਜਿਹੜਾ ਕੁਝ ਜਵਾਬ ਨਾ ਦੇ ਪਾਈਏ ਖੁਦਾਵੰਦ ਨੂੰ ਜਿਹਨੇ ਸਾਨੂੰ ਖਲਕ ਕੀਤਾ ਬਣਾਇਆ ਹੈ। ਦੁਨੀਆ ਦੇ ਅੰਦਰ ਕੰਮ ਨਹੀਂ ਮੁੱਕਦੇ ਉਹ ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਬੰਦੇ ਨੇ ਮੁੱਕ ਜਾਣਾ ਹੈ। ਬੰਦਾ ਮੁੱਕ ਜਾਏ ਤਾਂ ਕੰਮ ਨਹੀਂ ਮੁੱਕਦੇ ਤੇ ਜਿਨ੍ਹਾਂ ਨੂੰ ਤੁਸੀਂ ਮਿਲ ਕੇ ਆਏ ਹੋ ਚਰਚ ਤੋਂ ਬਾਅਦ ਹੀ ਮਿਲਿਆ ਜਾਣਾ ਸੀ ਅਸੀਂ ਮਿਲ ਨਹੀਂ ਉੱਥੇ ਵੀ ਆਦਮ ਅਲੈਹਿਸਲਾਮ ਤੋਂ ਹੀ ਗੱਲ ਸ਼ੁਰੂ ਕਰਤੀ ਪਿੱਛੋਂ ਸ਼ੁਰੂ ਸਟਾਰਟ ਤੋਂ ਹੀ ਉੱਥੇ ਵੀ ਕਲਾਮ ਹੀ ਪੜ੍ਹਦੇ ਰਹੇ ਅੱਛਾ ਅੱਛਾ ਆ ਸੀਸ ਤੋਂ ਤੇ ਇੱਥੋਂ ਜਦੋਂ ਇੰਨੇ ਸਾਲ ਫਲਾਣੇ ਦੀ ਉਮਰ ਤੇ ਇੰਨੇ ਸਾਲ ਫਲਾਣੇ ਦੀ ਉਮਰ ਤੇ ਇੰਨੇ ਸਾਲ ਫਲਾਣੇ ਦੀ ਉਮਰ ਆਈ ਤੇ ਪ੍ਰੋਬਲਮ ਹੈ ਸੀ ਉਮਰਾਂ ਚੋਂ ਕੀ ਕੱਢਣਾ ਉਮਰਾਂ ਦਾ ਸਾਡਾ ਕੀ ਹੋਣਾ ਜਿਹੜੇ ਗੁਜ਼ਾਰ ਗਏ ਨੇ ਸਾਨੂੰ ਪਤਾ ਹੈ ਗੁਜ਼ਾਰ ਗਏ ਨੇ ਲਿਖਿਆ ਬਾਈਬਲ ਦੇ ਨਾਲ ਉਮਰਾਂ ਬਾਰੇ ਹੁਣ ਹੈਗਾ ਅਸੀਂ ਆਪਣੇ ਬਾਰੇ ਸੋਚੀਏ ਨਾ ਅਸੀਂ ਉਹਨਾਂ ਦੇ ਹਿਸਾਬ ਉੱਤੇ ਜਾ ਕੇ ਥੋੜੀ ਦੇਣੇ ਨੇ ਕਿ ਉਹਨਾਂ ਨੇ ਕੀ ਕਰ ਦਿੱਤਾ ਹਿਸਾਬ ਤਾਂ ਦੇਣਾ ਹੈ ਅਸੀਂ ਆਪਣਾ ਕਿ ਅਸੀਂ ਕੀ ਕੀਤਾ ਹੈਗਾ ਤੇ ਅਗਰ ਅਸੀਂ ਇੱਕ ਮਸੀਹੀ ਘਰਾਣੇ 'ਚ ਪੈਦਾ ਹੋ ਕੇ ਤੇ ਮਸੀਹ ਵਾਲੇ ਕੰਮ ਹੀ ਨਾ ਕਰੀਏ ਤੇ ਫਿਰ ਮਸੀਹੀ ਘਰਾਣੇ 'ਚ ਪੈਦਾ ਹੋਣਾ ਤੇ ਫਿਰ ਐਵੇਂ ਜਿਹੜਾ ਨਾ ਉਹ ਨਾਮੀ ਮਸੀਹੀ ਹੋਏ ਨਾ ਫਿਰ ਅਸੀਂ ਹਕੀਕੀ ਮਸੀਹੀ ਤੇ ਨਾਮੀ ਮਸੀਹ 'ਚ ਫਰਕ ਹੁੰਦਾ ਹੈ ਨਾ ਨਾਂ ਦੇ ਮਸੀਹ ਜਿੰਦੇ ਆਈਡੀ ਕਾਰਡ ਤੇ ਲਿਖਿਆ ਹੋਏਗਾ ਥੱਲੇ ਮਸੀਹੀ ਸ਼ੁਕਰ ਹੈ ਉਹ ਕੱਟਿਆ ਗਿਆ ਨਹੀਂ ਤੇ ਪਹਿਲੇ ਸਾਈ ਲਿਖਦੇ ਹੁੰਦੇ ਸੀ ਹੁਣ ਮਸੀਹੀ ਲਿਖਣਾ ਸ਼ੁਰੂ ਕਰ ਦਿੱਤਾ ਕੇਸ ਹੋਇਆ ਵੀ ਹੁਣ ਅਸੀਂ ਸਿਰਫ ਨਾਮੀ ਮਸੀਹੀ ਫਿਰਨੇ ਪਏ ਕਿ ਅਸੀਂ ਮਸੀਹੀ ਘਰਾਣੇ 'ਚ ਪੈਦਾ ਹੋਏ ਕੋਈ ਪੁੱਛੇਗਾ ਕਿ ਦੱਸ ਸਕਦੇ ਅਸੀਂ ਮਸੀਹੀ ਹਾਂ ਲੇਕਿਨ ਬਾਈਬਲ ਦੱਸਦੀ ਹੈ ਕਿ ਮਸੀਹੀ ਉਹ ਹੈ ਜਿੰਦੇ ਅੰਦਰ ਮਸੀਹ ਹੈ ਜਿੰਦੇ ਅੰਦਰ ਮਸੀਹ ਹੈ ਅਗਰ ਸਾਡੇ ਅੰਦਰ ਮਸੀਹ ਨਹੀਂ ਕੁਝ ਹੋ ਰਹੀ ਹੈ ਤੇ ਫਿਰ ਅਸੀਂ ਨਾ ਤਾਂ ਮਸੀਹ ਨੂੰ ਖੁਸ਼ ਕਰ ਰਹੇ ਹਾਂ ਤੇ ਨਾ ਹੀ ਮਸੀਹ ਖੁਦਾ ਨੂੰ ਕੋਈ ਖੁਸ਼ ਕਰ ਰਹੇ ਹਾਂ ਕਿ ਨਾ ਹੀ ਉਹਦੀ ਮਰਜ਼ੀ ਨੂੰ ਪੂਰਾ ਕਰ ਰਹੇ ਹਾਂ ਤੇ ਫਿਰ ਮਸੀਹ ਹੀ ਅਸੀਂ ਫਿਰ ਕਾਂਦੇ ਹੋਏ ਅਸੀਂ ਤਾਂ ਫਿਰ ਨਾਮੀ ਮਸੀਹ ਹੋਏ ਨਾ ਤੇ ਫਿਰ ਜਦੋਂ ਅਸੀਂ ਮਰਨਾ ਹੈ ਨਾ मरण तो बाद बाइबल से लिखा है कि जो मसीह में मरते हैं वो मसीह में सोते हैं वो सोए रहते हैं तो जो सोए रहते हैं उन्होंने जी उठन की दोबारा उम्मीद होती है तो अगर असी मसीह के विच मरांगे नहीं तो फिर सोवांगे कितों फिर तो मरे ही रहांगे ना तो मसीह के विच सौण वास्ते सानू मसीह के विच मरना भी तो पएगा ना मसीह के विच यानी कि विच रह के मसीह के कामां दे विच रह के
ਬਾਈਬਲ ਦੇ ਕੰਮਾਂ ਤੇ ਹੁਕਮਾਂ ਤੇ ਅਮਲ ਕਰਦੇ ਹੋਏ ਅਸੀਂ ਮਰਾਂਗੇ ਤੇ ਫਿਰ ਜਾ ਕੇ ਸਰ ਅਸੀਂ ਅੱਗੇ ਜਾ ਕੇ ਕੋਈ ਜਵਾਬ ਦੇ ਪਾਵਾਂਗੇ। ਨਹੀਂ ਤੇ ਫੈਸਲਾ ਤਾਂ ਅਸੀਂ ਇੱਥੇ ਹੀ ਕਰ ਪੈਣੇ ਆਪਣੀ ਲਾਈਫ ਦਾ, ਉੱਤੇ ਕੀ ਜਨਕ ਫੈਸਲਾ ਹੋਣਾ। ਉੱਤੇ ਜਾਣ ਲਈ ਅਸੀਂ ਕੰਮ ਨਹੀਂ ਕਰ ਸਕਦੇ। ਅਸੀਂ ਝੂਠ ਨਹੀਂ ਛੱਡਣਾ, ਹੈਰਾ ਫੇਰੀ ਕਰਨੀ, ਤੈਨੂੰ ਦਾਲ ਲਾਉਣ ਨਹੀਂ ਛੱਡਣਾ, ਚੁਗਲੀ ਅਸੀਂ ਨਹੀਂ ਛੱਡਣੀ, ਕਿਉਂਕਿ ਸ਼ਾਇਦ ਵੇਖੀ ਅਸੀਂ ਉਹ ਵੀ ਚੁੱਕੇ। ਬਿਲਕੁਲ ਅਸੀਂ ਇਹ ਗੱਲਾਂ ਤੋਂ ਇਹ ਗੱਲ ਹੈ ਨਾ, ਇਹ ਚੌ ਪੰਜਾਂ ਗੱਲਾਂ ਤੋਂ ਫਰਕ ਨਹੀਂ ਦੁਨੀਆ ਨਹੀਂ ਹੋ ਸਕਦੇ। ਤੇ ਬਾਈਬਲ ਦੱਸਦੀ ਜਿੰਨੇ ਅੰਦਰ ਇਹ ਆ ਉਹਦੇ ਅੰਦਰ ਮਸੀਹ ਨਹੀਂ ਹੈਗਾ, ਤੇ ਜਿੰਨੇ ਅੰਦਰ ਮਸੀਹ ਨਹੀਂ ਹੈਗਾ ਉਹ ਮਸੀਹੀ ਨਹੀਂ ਹੈਗਾ। ਪਰ ਮੈਂ ਤਾਂ ਸਾਫ਼ ਕਹਿਣਾ ਹੁੰਨਾ ਕਿ ਐਵੇਂ ਧੋਖਾ ਦੇਣਾ ਛੱਡ ਦਿਓ ਕਿ ਅਸੀਂ ਮਸੀਹੀ ਹਾਂ। ਮਸੀਹੀ ਨਹੀਂ ਫਿਰ ਅਸੀਂ ਹੈਗੇ। ਮਸੀਹੀ ਹੋਣ ਵਾਸਤੇ ਮਸੀਹ ਸਾਡੇ ਅੰਦਰ ਹੋਣਾ ਜ਼ਰੂਰੀ ਹੈ, ਤੇ ਇਹ ਚੀਜ਼ਾਂ ਛੱਡੀਆਂ ਜਾਂਦੀਆਂ ਨੇ। ਅਸੀਂ ਵੀ ਤਾਂ ਛੱਡ ਕੇ ਬੈਠੇ ਹਾਂ, ਕਦੀ ਅਸੀਂ ਵੀ ਇਹੋ ਹੀ ਕੰਮ ਕਰਦੇ ਰਹੇ ਹਾਂ। ਗੱਲ ਗੱਲ ਤੇ ਦੁਨੀਆ ਨੇ ਨਾ ਧੋਖਾ, ਛੱਡ ਫਰੇਬ, ਜ਼ਨਾਕਾਰੀ। ਦੁਨੀਆ ਛੱਡ ਨਹੀਂ ਸਕਦੀ। ਮੈਂ ਉਹੀ ਅੰਕਲ ਕਹਿ ਰਿਹਾ, ਇਮਾਨ ਮਜ਼ਬੂਤ ਹੋਵੇ ਨਾ, ਅਸੀਂ ਇਹਨੂੰ ਫੜਾਂਗੇ ਤੇ ਛੱਡਾਂਗੇ ਨਾ। ਉਹ ਮਾਨ ਹੋਣ ਨਾਲ ਇਸ ਗੱਲ ਤੇ ਬੱਚਾ ਉਹਨੂੰ ਕਿਵੇਂ ਛੱਡਣ। ਹਾਂ ਬਾਬਾ ਜੀ ਬਰਤਨ ਲਿਬੜਿਆ ਹੋਵੇ ਧੁੱਪ ਜਾਵੇ ਨਾ ਸਾਫ਼ ਨਿਕਲ ਆਉਂਦਾ ਹੈ। ਉਹਨੂੰ ਧੋਣਾ ਵੀ ਪੈਂਦਾ, ਧੋਣ ਵਾਸਤੇ ਮਿਹਨਤ ਚਾਹੀਦੀ ਹੈ। ਜੇ ਕਈ ਵਾਰ ਖੁੱਲੇ ਜਿਹਾ ਪਿਆ ਲਿਬੜਿਆ ਪਿਆ ਰਹੇ ਤਾਂ ਧੁੱਪ ਜੇ ਤਾਂ ਧੁੱਪਦਾ ਨਹੀਂ ਐਵੇਂ। ਬਰਤਨ ਤਾਂ ਧੁੱਪ ਜਾਣਾ, ਬੰਦੇ ਨਹੀਂ ਧੁੱਪਣਾ। ਉਹ ਬਾਬਾ ਇਹ ਦੁਨੀਆ 'ਚ ਰਹਿ ਕੇ ਝੂਠ ਫਰੇਬ ਖੇਡਣਾ ਪੈਂਦਾ। ਉਹਨੇ ਆਖਿਆ ਮੈਂ ਛੱਡਣਾ ਮੈਂ ਛੱਡਣਾ ਮੈਂ ਛੱਡਣਾ ਮੈਂ ਛੱਡਣਾ ਮੈਂ ਛੱਡਣਾ। ਛੱਡ ਕੀ ਤੂੰ ਸੱਪ ਬਾਹਰ ਕੱਢਣਾ, ਮੈਦਾਨ ਚ ਲਿਆ ਸੱਪ ਜਿਹੜਾ ਕੱਢਣਾ ਹੈ। ਛੱਡਣਾ ਹੈ ਦੁਨੀਆ ਦੀ ਧੂਮ ਧਾਮ ਨੂੰ ਛੱਡ ਕੇ ਵੜਨਾ ਹੀ ਇਹ ਵੇੜੇ ਵੜਨਾ ਹੀ। ਤੇ ਖੁਦਾ ਦੇ 10 ਹੁਕਮ ਨੇ, ਅਸੀਂ ਜਾਂ ਤੂੰ ਹੈ ਜਾਂ ਮੈਂ ਆ। ਮੈਂ ਨਹੀਂ ਪੂਰਾ ਕਿਸੇ ਨੂੰ ਕਹਿੰਦਾ, ਖੁਦਾ ਬੰਦਾ ਬਖਸ਼ ਲਈ ਨੇ ਤੇਰੇ ਨਾਮ ਨੂੰ ਰਚਾ ਦੇ ਸਕਦਾ। ਹੱਕ ਦਾ ਇਮਾਮ, ਸੱਚ ਦਾ ਇਮਾਮ ਤੂੰ ਆਪ ਹੈ। ਹਰ ਨਬੀ ਦੇ, ਹਰ ਵਲੀ ਦੇ, ਹਰ ਕਬੀਲੇ ਦੇ, ਹਰ ਖਾਨਦਾਨ ਦੇ ਤੂੰ ਨਾਲ ਨਾਲ ਚੱਲਣਾ, ਜਿਵੇਂ ਜਿਵੇਂ ਕੋਈ ਤੈਨੂੰ ਪੁਕਾਰਦਾ ਮੰਨਣ ਦੀ ਗੱਲ ਹੈ। ਇੱਥੇ ਉਹ ਫਰਮਾਉਂਦਾ ਪਿਆ ਹੈ शराब जुएबाज के साथ नशेबाज के साथ खाना पीना हराम डालो और मेरी महफिल में मेरी जमात में माता वे शराब उधर फरमादा पिया है जा मेवा खा ला आपदी मन मर्जी खुदा ने आपदे कोल छाई को नहीं रखी है कि रखी है उन्हें कहा जा मेवा खा ला आपदी मन मर्जी ते सारा सौदा ही नामे तेरे ला दिता है क्यों जी ਦੂਜੇ ਨੰਬਰ ਤੇ ਜਾ ਮੇਰੇ ਬੰਦੇ ਮੈਂ ਤੈਨੂੰ ਦੁਨੀਆ ਤੇ ਭੇਜ ਰਿਹਾ ਹੁੰਦਾ ਕਿ ਕੀ ਰਾਜ ਸੀ, ਕੋਈ ਉਹਦਾ ਮੇਨ ਮਕਸਦ ਸੀ ਦੁਨੀਆ ਬਣਾਉਣ ਤੇ। ਬਲਾਦ ਪੱਥਰਾਂ 'ਚ ਪੈਦਾ ਕਰ ਸਕਦਾ ਸੀ। ਨਮਾਜ਼ ਪੜ੍ਹਨ ਲਈ ਫਰੀਸ਼ਤੇ ਉਹਦੇ ਕੋਲ ਥੋੜੇ ਸੀ, ਹੈਗੇ ਸੀ ਬਿਲਕੁਲ। ਜੱਪੇ ਜੱਪੇ ਤੋਂ ਉਹਨਾਂ ਸਜਦਾ ਕੀਤਾ। ਦੂਸਰੇ ਨੰਬਰ ਤੇ ਜਿਹੜੇ ਕੰਮ ਲਈ ਉਹਨੇ ਕਰਿਆ ਸੀ ਕੰਮ ਹੀ ਨਹੀਂ ਕਰ ਸਕਦੇ। ਉਹਨੇ ਕਹਾ ਜਾ ਮੇਰੇ ਬੰਦੇ ਮੈਂ ਤੈਨੂੰ ਇਸ ਲਈ ਦੁਨੀਆ ਤੇ ਭੇਜ ਰਿਹਾ ਵਾਂ, ਇੱਕ ਦੂਜੇ के साथ प्यार मुफ्त खिलाक रखी। जो कोई भुखा है तो उन्होंने खाना खिलाई, जो कोई बीमार है तो उन्होंने तसल्ली दे। जे तेनू किसी ने पानी का गिलास भी पाया तो उनके वास्ते दुआ कर, जिस घर जाओ उस घर की सलामती च अदल देने वाला मैं, बख्शने वाला मैं, पर तेनू पानी भी बख्श दवा। हाँ जी बोलो जी, तुसी करो जी, तुसी साडे खुदा दे खादम, तुहाडे पाक कलाम है जी, ਅਸੀਂ ਇਹਨੂੰ ਸਲਾਮ ਹੈ। ਮੈਂ ਆਨਰ ਕਰਨਾ ਤੁਹਾਡੀ, ਤੁਸੀਂ ਆਨਰ ਕਰ, ਤੁਸੀਂ ਕਲਾਮ ਨੂੰ ਇੱਜ਼ਤ ਦੇ ਰਹੇ ਹੋ ਤੇ ਕਲਾਮ ਦੀ ਵਜ੍ਹਾ ਤੋਂ ਮੈਨੂੰ ਵੀ ਇੱਜ਼ਤ ਮਿਲਦੀ ਪਈ ਹੈ। ਖੁਦਾ ਦਾ ਸ਼ੁਕਰ ਕਰਨਾ ਵਾ। ਬੜੇ ਅੱਛੇ ਤਰੀਕੇ ਨਾਲ ਤੁਸੀਂ ਵੈਲਕਮ ਕੀਤਾ ਹੈ। ਅੰਕਲ ਬਕਾਇਦਾ ਉੱਠ ਕੇ ਬਹਿ ਗਏ, ਥੈਂਕ ਯੂ ਜੀ। ਅੱਛਾ ਤੁਸੀਂ ਲੇਟ ਜਾਓ, ਕੋਈ ਗੱਲ ਨਹੀਂ। ਜਦੋਂ ਕਿ ਹੋਣਾ ਹੈ ਹਾਂਜੀ ਤੋਂ ਕੇ ਆਉਣਾ। ਹਾਲੇਲੂਇਆ ਹਾਲੇਲੂਇਆ। ਅੱਲਾਹ ਦੇ ਹੁਕਮ ਨਾਲ, ਖੁਦਾ ਦੇ ਹੁਕਮ ਅੱਲਾਹ ਨਾਲ ਦੇ ਹੁਕਮ ਬਿਲਕੁਲ ਨਾਲ, ਜੀ। ਉਹਦੇ ਨਬੀਆਂ ਦੇ ਵਸੀਲੇ ਸੀ। ਹਾਂਜੀ ਖਾਦਮਾਂ ਦੇ ਵਸੀਲੇ ਨਾਲ, ਉਹਦੇ ਵਸੀਲੇ ਨਾਲ, ਯਿਸੂ ਦੇ ਵਸੀਲੇ ਨਾਲ ਆਏ ਆਣਗੇ ਖੁਦਾ ਦੇ ਬਦਲ ਨਾਲ। ਦੁਆ ਕਰਾਂ ਹਾਂਜੀ ਕਿ ਮੈਨੂੰ ਪ੍ਰਭੂ ਨੇ ਦਿੱਤੀ ਕਿ ਵੇਖ ਲਓ ਖਿਆ ਹਾਲੇਲੂਇਆ ਪ੍ਰੇਜ਼ ਦ ਲਾਰਡ। ਅੱਛਾ ਅੰਕਲ ਜੀ ਪਤਾ ਕੀ ਹੈ ਜੀ ਖੈਰ ਹੋ ਜਿੰਨੀ ਦੇਰ ਤੱਕ ਨਾ ਬਨੀ ਇਸਰਾਇਲ ਕੌਮ ਮਿਸਰ ਦੀ ਗੁਲਾਮੀ ਚ ਨਹੀਂ ਨਾ ਗਈ, ਹਾਂ ਤੇ ਮਿਸਰ ਦੀ ਗੁਲਾਮੀ ਚ ਰਹਾ ਹੋ ਕੇ ਤੇ ਅੱਗੇ ਜਿਹੜਾ ਨਾ ਬਿਆਬਾਨ ਦੇ ਅੰਦਰ ਜਾ ਕੇ ਤੇ ਉਹ ਖੁਦਾ ਦੇ ਨਾਲ ਗੱਲਬਾਤ ਸ਼ੁਰੂ ਨਹੀਂ ਹੋਈ ਹਜ਼ਰਤ ਮੂਸਾ ਦੇ ਥਰੂ। ਉਸ ਤੋਂ ਪਹਿਲੇ ਸ਼ਰੀਅਤ ਨਜ਼ਰ ਨਹੀਂ ਆ ਰਹੀ, ਕਿਉਂਕਿ ਸ਼ਰੀਅਤ ਨਜ਼ਰ ਆਈ ਹੈ ਜਦੋਂ ਹਜ਼ਰਤ ਮੂਸਾ ਨੇ ਲਿਖੀਆਂ ਨੇ ਕਿਤਾਬਾਂ। ਸੁਣਨਾ ਜਰਾ ਗੱਲ ਨੂੰ ਜਰਾ, ਬੜੀਆਂ ਚੀਜ਼ਾਂ ਐਸੀਆਂ ਨੇ ਜਿਹੜੇ ਬਜ਼ੁਰਗਾਂ ਤੋਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ, ਲੇਕਿਨ ਵਕਤ ਦੇ ਨਾਲ ਨਾਲ ਜਿਹੜਾ ਨਾ ਇਲਮ ਖੁੱਲਦਾ ਹੈ। ਜੋਇਲ ਨਬੀ ਦੇ ਸਿਫਤ 'ਚ ਲਿਖਿਆ ਅਖੀਰ ਜ਼ਮਾਨਾ ਦੇ ਵਿੱਚ ਮੈਂ ਆਪਣੇ ਬੇਟੇ ਬੇਟੀਆਂ ਤੇ ਕਲਾਮ ਨਾਜ਼ਲ ਕਰਾਂਗਾ, ਰੂਹ ਨਾਜ਼ਲ ਕਰਾਂਗਾ ਤੇ ਭੇਦ ਖੁੱਲ ਜਾਣਗੇ।
ਠੀਕ ਹੈ ਬਾਅਦ ਐਸੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਨਾ ਦਾਦਿਆਂ ਪੜਦਾਦਿਆਂ ਤੋਂ ਖਿੱਚ ਕੇ ਲੈ ਕੇ ਆ ਰਹੇ ਸਾਂ, ਲੇਕਿਨ ਉਹ ਵਕਤ ਦੇ ਨਾਲ ਨਾਲ ਸਾਨੂੰ ਛੱਡਣੀਆਂ ਪੈਣੀਆਂ ਨੇ। ਜਿੰਨੀਆਂ ਗੱਲਾਂ ਸ਼ਰੀਅਤ ਤੋਂ ਪਹਿਲੇ ਦੀਆਂ ਨੇ ਨਾ, ਸ਼ਰੀਅਤ ਤੋਂ ਪਹਿਲੇ ਭਾਈ ਭੈਣ ਐਵੇਂ ਹੀ ਸੀ, ਠੀਕ ਹੈ। ਸ਼ਰੀਅਤ ਆਈ, ਸ਼ਰੀਅਤ ਨੇ ਕੀ ਕਿਹਾ, ਉਹਨੇ ਕਿਹਾ ਭਾਈ ਭੈਣ ਨਾਲ ਨਹੀਂ, ਠੀਕ ਹੈ, ਭਾਈ ਫੁੱਫੇ ਨਾਲ ਨਹੀਂ, ਫੁੱਫੀ ਨਾਲ ਨਹੀਂ, ਠੀਕ ਹੈ। ਇੱਕ ਰਿਸ਼ਤਿਆਂ ਦੀ ਇੱਕ ਲਿਸਟ ਦੇ ਦਿੱਤੀ ਕਿੱਥੇ ਸ਼ਾਦੀਆਂ ਕਰਨੀਆਂ ਕਿੱਥੇ ਨਹੀਂ ਕਰਨੀਆਂ, ਠੀਕ ਹੈ। ਜੋ ਸ਼ਰੀਅਤ ਆ ਗਈ, ਸ਼ਰੀਅਤ ਤੋਂ ਪਹਿਲੇ ਦੀਆਂ ਗੱਲਾਂ, ਠੀਕ ਹੈ, ਸ਼ਰੀਅਤ ਤੋਂ ਪਹਿਲੇ ਸਾਰੇ ਮੇਵੇ ਖਾਣ ਨੂੰ ਦੇ ਦਿੱਤੇ। ਹੁਣ ਸੁਣਨਾ ਜ਼ਰਾ ਗੌਰ ਨਾਲ, ਬਾਗੇ ਦੇ ਅੰਦਰ ਲਿਖਿਆ ਕਿ ਖੁਦਾ ਠੰਡੇ ਵੇਲੇ ਆਉਂਦਾ ਸੀ, ਆਦਮ ਤੇ ਹਵਾ ਨਾਲ ਗੱਲ ਕਰਦਾ ਸੀ, ਤੇ ਉਸ ਨੂੰ ਬਣਾਉਣ ਤੋਂ ਬਾਅਦ ਉਹਨੇ ਕਿਹਾ ਪਲੋ ਬੜੋ ਫਲੋ ਫੂਲੋ ਜ਼ਮੀਨ ਕੋ ਮਮੂਰੋ ਮਹਿਕੂਮ ਕਰੋ। ਕਹਿੰਦਾ ਸਾਰਾ ਇਖਤਿਆਰ ਤੁਹਾਡੇ ਕੋਲੇ, ਖਾਓ ਪੀਓ ਸਾਰੀਆਂ ਮੌਜਾਂ ਕਰੋ, ਤੁਹਾਡਾ ਹੀ ਹੈ ਸਾਰਾ ਕੁਝ। ਇਹ ਉਦੋਂ ਦੀਆਂ ਗੱਲਾਂ ਨੇ ਜਦੋਂ ਸ਼ਰੀਅਤ ਨਹੀਂ ਸੀ ਆਈ। ਸ਼ਰੀਅਤ ਕਿਦੋਂ ਆਈ? ਜਦੋਂ ਹਜ਼ਰਤ ਮੂਸਾ ਨੇ ਲਿਖੀ ਤੇ ਲੋਕਾਂ ਨੂੰ ਦੱਸਿਆ ਇਹ ਸ਼ਰਈ ਹੁਕਮ ਨੇ, ਖੁਦਾ ਇਹਨਾਂ ਚੀਜ਼ਾਂ ਤੋਂ ਮਨਾ ਕਰਦਾ, ਤੁਸੀਂ ਆਪਸ 'ਚ ਹੀ ਲੱਗੇ ਜੇ, ਠੀਕ ਹੈ। ਥੋੜੇ ਲਫ਼ਜ਼ ਸਖਤ ਨੇ, ਲੌਂਡੇਬਾਜ਼ੀ ਬੜੇ ਵਸੀ ਪੈਮਾਨੇ ਤੇ ਸੀ, ਠੀਕ ਹੈ। ਨੂਹ ਦੇ ਦੋ ਚ ਲੋਕ ਬਰਬਾਦ ਕਿਉਂ ਹੋਏ, ਨੂਹ ਦਾ ਤੂਫਾਨ ਕਿਉਂ ਆਇਆ? पैदाइश की किताब तीसरे बाब की 9वीं आयत लिखे है, 9वें बाब की तीसरी आयत लिखे है कि खुदावंद कहना है मैं मेरी रूह हमेशा इंसान के साथ मजामत ना करती रहेगी। कहना मैं कितनी देर तक ना लड़ा, मैं समझाता रहना ना करो, ते आपस से जड़ा ना वो करने शुरू कर देते। हाले शरीयत नहीं सी आई, उदों शरीयत नाफज नहीं सी हैगी। बागे अदन दे अंदर उदों तक सिर्फ इक्को ही शरई हुक्म सी कि तू उस दरख्त दा फल नहीं खाना, इस तो इलावा होर कोई शरई हुक्म सानू मिलदा ही नहीं पिया, सिर्फ इको शरीयत का हुक्म मिले उत्ते। अगे आके जिनी देर तक शरीयत नहीं आई उन्नी देर तक बड़ी बदी बदकारी गुनाह होंदे रहे जी, ठीक है। उदों तक मेवे जात भी खाते जाते रहे। लिखा उन्हें अपना मैं पीली बना के अंगूरां दा रस जो भी, ते मुद्रे मुंह पिया, फिर पुत्तर आए आके बरहंगी डकन वास्ते डंगण, उत्थे आके शराब नूं फिर हराम कर दिता गया। शरई हुक्म दे विच आ गया कि शराब हराम है। उस तो पहले पी रहे सी, आप ही पाकिस्तान अंगूरां दे लाए जांदे सी ते पियाई जांदी सी, पींदे सी लोग, ठीक है। कोई मैं दा नाम दे के ते कोई विस्की दा नाम दे के ते कोई शराब दा नाम दे के ते कोई अजकल ब्रांडी दा नाम दे के, ठीक है, पी रहे ने। कहंदे ने असी शराब नहीं, असी दै पी रहे हैं, असी दै पी रहे हैं। लेकिन उन्हें क्या है कि शराब च मतवाले ना बनो। अगर तुहानू ब्रांडी या विस्की में मतवाला कर रही है तो फिर ना मतलब है उन्होंने भी छड्डो, मतवाला नहीं होना तुसीं। ਤੁਹਾਡੀ ਅਕਲ ਜਿਹੜੀ ਸੁੱਧ ਬੁੱਧ ਖੋ ਦਿੰਦੀ ਨਾ ਜਿਹੜੀ ਚੀਜ਼, ਕਹਿੰਦਾ ਉਸ ਚੀਜ਼ ਤੋਂ ਦੂਰ ਰਹੋ, ਉਸ ਚੀਜ਼ ਤੋਂ ਦੂਰ ਰਹੋ। तो गल कर रहे हैं कि जिन्नी देर तक शरीयत नहीं आई मेवे शिवे सब खान नूं दे दिते होने, लेकिन अगे जाके उन्हें कहा कि ये तो गलत इस्तेमाल कर रहा है। उन्हें फिर ना इंस्ट्रक्शंस लगाना शुरू कर दी, ऐ नहीं करना, ओ नहीं करना, इत्थे विआह नहीं कराना, उत्थे विआह नहीं कराना, ऐ नहीं खाना, ओ नहीं खाना तुसीं, ठीक है। इनू इस तरह इस्तेमाल करना है, इनू उस तरह इस्तेमाल करना है। अगे आके फिर उन्हें छतरे बकरे वड्डन नहीं दे दिते, ठीक है। कुर्बानियां का सिलसिला शुरू करा दिता, गुनाह की कुर्बानी वास्ते तुसीं यह देनी, खता की कुर्बानी वास्ते यह देना है। अगे आके शरीयत आ गई तो शरई तौर पर लोग काम करना शुरू कर दिता। लेकिन ये सारिया चीज़ें हैगियां सी यीशु मसीह तक लैके आने वास्ते, क्योंकि एक वक्त आया मुकाशफा की किताब च लिखा है कि उन्हें बे-ए-बर्रा ओ बे-ए-बर्रा जिहड़ा बनाए आलम तो, आलम बनन तो पहले ज़िबा कर दिता सी। यीशु मसीह कुर्बानी का प्लान दुनिया बनन तो पहले ही यीशु मसीह दा हैगा सी। ते उन्हें की कीता, उन्हें कहा कि उथों तक लियाण वास्ते उन्हें कुर्बानियां दा सिलसिला शुरू किया, उन्हें शरई हुक्मां दा सिलसिला शुरू किया कि जो मेरा बेटा यीशु में दुनिया दा भेजा ना लोग इन्हू समझ सकन। इसलिए एक जगह ते यीशु मसीह ने कहा, उन्हें कहा फकीयां फरीसियां नूं, कहंदा कि तुसी शरीयत दा बड़ा मुतालिया करदे हो, यानी कि बड़ा बार बार उन्हू पढ़दे हो, लेकिन इहो ही शरीयत इहो ही हुक्म मेरे आन दे बारे दसदे ने, तुसी मैनू कबूल करदे नहीं दे। भी ये सारी पिछलियां किताबां तां मेरे बारे दसदियां ने, पेशन गोई हैगियां ने ना जी। यसाया नबी दे सहीफे च 53 बाब पूरा ही हुंदा पेशन गोई दा। हिस्कियल ने पेशन गोईयां कीतियां, मिलाकी ने पेशन गोईयां कीतियां कि कोई आण वाला है। फिर उन्हें दस्सिया कित्थे पैदा होना है, किवें पैदा होना है, सारी गलबात। वो कहंदा पिछलियां किताबां तां मेरे बारे दसदियां ने कि तुसी जो मैं आवां मैनू कबूल करना, कि तुसी हाले भी पिछे गिरना घूमते फिरदे जे। हुण मैं आ गया वा, मैनू कबूल करो, मैनू अपनी जिंदगी च लवो, ते जिहड़ी जिंदगी च मैं आ, जिहड़ा मेरे च होंदे होया
ਕੰਮ ਕਰਦੇ ਹੋਇਆ ਮਰੇਗਾ, ਉਹ ਮਰੇਗਾ ਨਹੀਂ, ਜ਼ਿੰਦਾ ਰਹੇਗਾ। ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ, ਮੈਂ ਚੱਲਿਆ। ਉਹ ਸਾਡਾ ਇੰਤਜ਼ਾਰ ਕਰਦਾ ਪਿਆ ਤੇ ਅਸੀਂ ਫਸਾਇਆ ਹੈ ਆਪਣੇ ਆਪ ਨੂੰ। ਹਾਲੇ ਵੀ ਉਹਦੀ ਉਮਰ ਕਿੰਨੀ ਸੀ, ਉਹਨੇ ਕੀ ਖਾਣ ਲਿਖਿਆ, ਉਹਨੇ ਕਿਸ ਤਰ੍ਹਾਂ ਕਰਨ ਲਿਖਿਆ, ਛੱਡ ਦੇਣਾ ਹੈ ਹੁਣ ਉਹਨੂੰ। ਇਹ ਮੈਂ ਨਹੀਂ ਕਹਿ ਰਿਹਾ, ਬਾਈਬਲ ਕਹਿੰਦੀ ਹੁਣ ਨਿਕਲੋ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ। ਤੇ ਨਵੇਂ ਅਧਨਾਮੇ ਚ ਆ ਕੇ ਬਾਈਬਲ ਬਾਰ-ਬਾਰ ਦੱਸਦੀ ਏ, ਕਹਿੰਦੀ ਏ ਕਿ ਇਹ ਬਦਨ ਜਿਹੜਾ ਨਾ, ਇਹ ਬਦਨ ਜਿਹੜੇ ਨੇ ਇਹ ਉਹਦਾ ਮਕਦਸ ਹੈ, ਉਹਦੀ ਹੈਕਲ ਹੈ, ਉਹਦਾ ਚਰਚ ਹੈ, ਉਹਦਾ ਗਿਰਜਾ ਹੈ। ਤੇ ਉਹਦੇ ਗਿਰਜੇ ਨੂੰ ਅਸੀਂ ਸਾਫ਼ ਰੱਖਣਾ ਹੈ। ਇਹ ਢਾਂਚਾ ਹੈ ਉਹਦਾ ਬਣਾਇਆ ਹੋਇਆ ਹੈ। ਪੌਲੁਸ ਰਸੂਲ ਕਹਿੰਦਾ ਹੈ ਕਿ ਯਿਸੂ ਮਸੀਹ ਦੇ ਕਦ ਤੱਕ ਪਹੁੰਚਣ ਲਈ ਕੋਸ਼ਿਸ਼ ਕਰਦੇ ਰਹੋ। ਇੱਕ ਚੀਜ਼ ਹੈ ਕਿ ਮੈਂ ਨਾ ਅੰਕਲ ਜੀ ਨੂੰ ਕਹਾਂ ਕਿ ਅੰਕਲ ਜੀ ਆ ਕੋਠੇ ਤੇ ਚੜ ਜਾਓ ਤੇ ਇਧਰੋਂ ਚੜਨਾ ਜੀ, ਨਹੀਂ ਚੜ ਸਕਦੇ। ਤੇ ਮੈਂ ਇਹਨਾਂ ਨੂੰ ਕਰਨ ਲਈ ਕਵਾਂਗਾ ਵੀ ਨਹੀਂ। ਇਹਨਾਂ ਨੂੰ ਕਵਾਂਗਾ ਅੰਕਲ ਜੀ ਅੰਦਰੋਂ ਪੌੜੀ ਲੱਗੀ ਏ, ਪੌੜੀ ਥਣੀ ਚੜ ਕੇ ਤੁਸੀਂ ਕੋਠੇ ਤੇ ਆਣਾ ਹੈ। ਅੰਕਲ ਜੀ ਔਖੇ ਸੌਖੇ ਹੋ ਕੇ ਆ ਜਾਣਗੇ, ਠੀਕ ਹੈ, ਆ ਜਾਣਗੇ ਨਾ। ਬਾਈਬਲ ਸਾਨੂੰ ਉਹ ਕਰਨ ਲਈ ਕਹਿੰਦੀ ਜਿਹੜਾ ਅਸੀਂ ਕਰ ਸਕਣੇ, ਠੀਕ ਹੈ। ਅੰਕਲ ਇੱਕ ਬੜੀ ਗੱਲ ਕਰਦੇ ਪਏ ਸੀ ਕਿ ਅਸੀਂ ਇਹ ਪੂਰਾ ਨਹੀਂ ਕਰ ਸਕਦੇ, ਲੇਕਿਨ ਬਾਈਬਲ ਸਾਨੂੰ ਉਹ ਕਰਨ ਲਈ ਕਹਿੰਦੀ ਜੋ ਅਸੀਂ ਕਰ ਸਕਨੇ ਆ। ਅਸੀਂ ਇਹ ਕਹਿ ਕੇ ਆਪਣੇ ਆਪ ਨੂੰ ਰੋਕ ਨਹੀਂ ਸਕਦੇ, ਸਾਡੇ ਕੋਲ ਇਹ ਕੰਮ ਨਹੀਂ ਹੋਣਾ। ਅਗਰ ਇਹ ਕੰਮ ਨਹੀਂ ਹੋਣਾ ਤੇ ਫਿਰ, ਅਗਰ ਇਹ ਕੰਮ ਸਾਡੇ ਕੋਲ ਨਹੀਂ ਸੀ ਹੋਣਾ ਤੇ ਫਿਰ ਯਿਸੂ ਨੇ ਸਾਨੂੰ ਉਹ ਦੇਣਾ ਹੀ ਨਹੀਂ ਸੀ ਕਰਨ ਲਈ। ਸਾਨੂੰ ਉਹਨੇ ਉਹ ਕਰਨ ਲਈ ਦਿੰਦਾ ਜਿਹੜਾ ਅਸੀਂ ਕਰ ਲੈਂਦੇ। ਇਸ ਲਈ ਇਹਦੇ ਅੰਦਰ ਅਗਰ ਉਹ ਕਹਿੰਦਾ ਨਾ ਝੂਠ ਨਹੀਂ ਬੋਲਣਾ, ਗੁਨਾਹ ਨਹੀਂ ਕਰਨਾ, ਜ਼ਨਾ ਨਹੀਂ ਕਰਨਾ, ਗੁੱਸਾ ਨਹੀਂ ਕਰਨਾ, ਗੁੱਸੇ 'ਚ ਆ ਕੇ ਗੁਨਾਹ ਨਹੀਂ ਕਰਨਾ, ਤਫਰਕੇ, ਜੁਦਾਈਆਂ, ਬਿਦਤਾਂ, ਨਸ਼ਾਬਾਜ਼ੀ, ਉਹ ਕਹਿੰਦਾ ਇਹਨਾਂ ਨੂੰ ਛੱਡ ਦੇ। ਤੇ ਅਗਰ ਉਹ ਕਹਿ ਰਹੇ ਇਹਨਾਂ ਨੂੰ ਛੱਡ ਦੇ ਤੇ ਇਹਦਾ ਮਤਲਬ ਹੈ ਅਸੀਂ ਛੱਡ ਸਕਨੇ ਆ। ਸਾਨੂੰ ਉਹ ਕਰਨ ਲਈ ਕਹਿੰਦਾ ਜੋ ਅਸੀਂ ਕਰ ਸਕਨੇ ਆ। ਕਿ ਅਸੀਂ ਨਹੀਂ ਕਰ ਸਕਦੇ, ਨਸ਼ਾ ਨਹੀਂ ਛੱਡ ਸਕਦੇ, ਇਸ ਲਈ ਉਹ ਕਰਨ ਲਈ ਕਹਿੰਦਾ। ਝੂਠ ਨਹੀਂ ਛੱਡ ਸਕਦੇ, ਛੱਡ ਸਕਨੇ ਆ, ਸਾਨੂੰ ਕਰਨ ਲਈ ਕਹਿ ਰਿਹਾ ਕਿ ਛੱਡ ਦੇ। ਤੇ ਅਗਰ ਅਸੀਂ ਇਹ ਕਹਿ ਕੇ ਵੇਖੀਏ ਅਸੀਂ ਖਾਕੀ, ਅਸੀਂ ਜਿਹੜਾ ਨਾ ਮਿੱਟੀ ਦੇ ਬਣੇ, ਇਹ ਤਾਂ ਸਾਡੇ ਕੋਲ ਹੋਣਾ ਹੀ ਹੋਣਾ ਹੈ। ਉਹ ਭਾਈ ਤੁਸੀਂ ਕੋਸ਼ਿਸ਼ ਤਾਂ ਕਰੋ, ਅਸੀਂ ਕੋਸ਼ਿਸ਼ ਤਾਂ ਕਰ ਸਕਨੇ ਆ ਨਾ। ਸਾਨੂੰ ਪਤਾ ਹੈ ਅਸੀਂ ਇਨਸਾਨ ਆ ਤੇ ਇਨਸਾਨ ਹੁੰਦੇ ਹੋਇਆ ਕਮਜ਼ੋਰ ਆ, ਤੇ ਕਮਜ਼ੋਰੀ 'ਚ ਸਾਡੇ ਕੋਲ ਗਲਤੀਆਂ ਖਤਾਵਾਂ ਹੋ ਜਾਂਦੀਆਂ ਨੇ। ਪੌਲੁਸ ਰਸੂਲ ਵੀ ਕਹਿੰਦਾ ਜਿਹੜੀ ਨੇਕੀ ਦਾ ਇਰਾਦਾ ਕਰਨਾ ਉਹ ਮੇਰੇ ਕੋਲ ਨਹੀਂ ਹੁੰਦੀ, ਜਿਹੜੀ ਬਦੀ ਦਾ ਇਰਾਦਾ ਨਹੀਂ ਕਰਦਾ ਉਹ ਮੇਰੇ ਕੋਲ ਫਿਰ ਵੀ ਹੋ ਜਾਂਦੀ ਹੈ। ਤੇ ਉਹ ਕਹਿੰਦਾ ਹੈ ਬਦੀ ਕਰਵਾਉਣ ਵਾਲਾ ਮੈਂ ਨਹੀਂ, ਮੇਰੇ 'ਚ ਜਿਹੜਾ ਗੁਨਾਹ ਹੈ ਉਹ ਹੈ, ਗੁਨਾਹ ਮੇਰੇ ਕੋਲ ਬਦੀ ਕਰਾਉਂਦਾ ਹੈ। ਤੇ ਅਗਰ ਅਸੀਂ ਉਸ ਗੁਨਾਹ ਨੂੰ ਕੰਟਰੋਲ ਕਰਨਾ ਸ਼ੁਰੂ ਕਰੀਏ ਤੇ ਅਸੀਂ ਆਪਣੀਆਂ ਰਵਸ਼ਾਂ ਤੇ, ਅਸੀਂ ਆਪਣੀਆਂ ਉਹ ਸਾਰੇ ਕੰਮਾਂ ਤੇ ਕੰਟਰੋਲ ਕਰ ਸਕਨੇ ਆ ਜਿੰਦੇ ਬਾਰੇ ਸਾਨੂੰ ਬਾਈਬਲ ਦੱਸਦੀ ਹੈ ਕਿ ਜਿੰਦੇ ਤੇ ਤੁਸੀਂ ਕੰਟਰੋਲ ਕਰਨਾ ਹੈ। ਦੈਟਸ ਇਟ, ਸਿੰਪਲ ਫਾਰਮੂਲਾ। ਅਸੀਂ ਕੋਸ਼ਿਸ਼ ਹੀ ਨਾ ਕਰੀਏ ਤੇ ਬਸ ਬੈਠੇ ਕਹੀ ਜਾਈਏ ਨਹੀਂ ਰੱਬਾ ਨਹੀਂ ਹੋਣਾ, ਨਹੀਂ ਰੱਬਾ ਨਹੀਂ ਹੋਣਾ। ਉਹ ਕਹਿੰਦਾ ਕੋਸ਼ਿਸ਼ ਤਾਂ ਕਰ। ਕੋਸ਼ਿਸ਼ ਕੀ ਘਰ ਕੰਮ ਹੋ ਜਾਏ। ਸ਼ਾਗਿਰਦਾਂ ਨੂੰ ਕਿਹਾ ਮਟਕੇ ਪਾਣੀ ਨਾਲ ਭਰ ਦਿਓ। ਕਿ ਸ਼ਾਗਿਰਦਾਂ ਨੇ ਮੈਂ ਬਣਾਈ? ਮੈਂ ਤੇ ਯਿਸੂ ਨੇ ਬਣਾਈ। ਉਹਨਾਂ ਨੇ ਕੀ ਕੀਤਾ? ਉਹਨਾਂ ਦਾ ਕੰਮ ਸੀ ਮਟਕੇ ਪਾਣੀ ਨਾਲ ਭਰਨਾ। ਸਾਡਾ ਕੰਮ ਹੈ ਕੋਸ਼ਿਸ਼ ਕਰਨਾ। ਕੋਸ਼ਿਸ਼ ਦੇ ਅੰਦਰ ਜਿਹੜਾ ਨਾ ਅਮਲ ਨੂੰ ਜਾਂ ਫਿਰ ਉਸ ਚੀਜ਼ ਨੂੰ ਸਟਰੋਂਗ ਕਰਨਾ ਉਹ ਖੁਦਾਵੰਦ ਯਿਸੂ ਮਸੀਹ ਦਾ ਕੰਮ ਹੈ, ਸਾਡਾ ਕੰਮ ਥੋੜੀ ਹੈ। ਤੁਸੀਂ ਕਹੋ ਖੁਦਾਵੰਦ ਮੈਂ ਕੋਸ਼ਿਸ਼ ਕੀਤੀ ਸੀ, ਅਗਰ ਨਹੀਂ ਹੋਇਆ ਕਹੋ ਖੁਦਾਵੰਦ ਮੈਂ ਤਾਂ ਕੋਸ਼ਿਸ਼ ਕੀਤੀ ਹੈ, ਨਹੀਂ ਹੋਇਆ। ਤੁਸੀਂ ਤਾਂ ਜ਼ਿੰਮੇਵਾਰ ਬਰੀ ਹੋ। ਉੱਥੇ ਜਾ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਖੁਦਾਵੰਦ ਮੇਰੇ ਕੋਲੋਂ ਨਹੀਂ ਸੀ ਹੋਣਾ। ਤੋੜਿਆਂ ਦੀ ਮਿਸਾਲ ਦਿੱਤੀ ਖੁਦਾਵੰਦ ਯਿਸੂ ਮਸੀਹ ਨੇ, ਤਮਸੀਲ ਦਿੱਤੀ। ਨਾ ਆਖੇ ਲੱਗਣ ਵਾਲੀ ਗੱਲ, ਨਾ ਆਖੇ ਲੱਗਣ ਵਾਲੀ ਗੱਲ ਹੈ ਨਾ। ਤੋੜਿਆਂ ਵਾਲੀ ਯਿਸੂ ਮਸੀਹ ਨੇ ਤਮਸੀਲ ਦਿੱਤੀ। ਉਹਨੇ ਕਿਹਾ ਬਾਦਸ਼ਾਹ ਜਿਹੜਾ ਨਾ ਮਾਲਕ ਗਿਆ ਕਿਸੇ ਦੂਸਰੀ ਸਿਟੀ 'ਚ ਜਾਣਾ ਸੀ, ਜਾਣ ਤੋਂ ਪਹਿਲੇ ਇੱਕ ਨੂੰ ਇੱਕ ਤੋੜਾ ਦੇਤਾ, ਇੱਕ ਨੂੰ 2, ਇੱਕ ਨੂੰ 5 ਤੇ ਇੱਕ ਨੂੰ 10। ਤੇ ਉਹਨੇ ਕਿਹਾ ਇਹਨਾਂ ਨਾਲ ਲੈਣ ਦੇਣ ਕਰਨਾ, ਇਹਨਾਂ ਨਾਲ ਲੈਣ ਦੇਣ ਕਰਨਾ, ਇਹਨਾਂ ਨਾਲ ਕਾਰੋਬਾਰ ਕਰਨਾ। ਤੇ 10 ਵਾਲੇ ਨੇ ਜਦੋਂ ਵਾਪਸ ਆਇਆ 10 ਵਾਲੇ ਨੇ 20 ਕੀਤੇ, 5 ਵਾਲੇ ਨੇ 10 ਕੀਤੇ ਤੇ 2 ਵਾਲੇ ਨੇ 4 ਕੀਤੇ। ਲੈਣ ਦੇਣ ਕੀਤਾ ਨਾ ਤੇ ਪ੍ਰੋਫਿਟ ਹਾਸਲ ਕੀਤਾ। ਤੇ ਜਿਹੜਾ ਇੱਕ ਵਾਲਾ ਸੀ ਨਾ ਉਹਨੇ ਦਬਾ ਕੇ ਤੇ ਬੈਠਾ ਇਸ ਡਰ ਤੋਂ ਕਿ ਮਾਲਕ ਬਣਾ ਸਕਦੇ। ਤੇ ਅਗਰ ਇਹ ਇੱਕ ਵੀ ਗਿਆ ਤੇ ਮੈਂ ਤਾਂ ਮਰ ਗਿਆ ਨਾ, ਮੈਂ ਮਾਲਕ ਬਣਾ ਸਕਦਾ ਤੇ ਮੇਰੇ ਕੋਲ ਇਹਦਾ ਹਿਸਾਬ ਕਿਤਾਬ ਲਏਗਾ। ਉਹਨੇ ਕਿਹਾ ਨਾ ਮਾਲਕ ਆਇਆ ਜਦੋਂ ਵਾਪਸ, ਉਹਨੇ ਆ ਕੇ ਹਿਸਾਬ ਕਿਤਾਬ ਲਿਆ ਤੇ ਉਹ ਇੱਕ ਵਾਲੇ ਕੋਲ ਵੀ ਪੁੱਛਿਆ ਹਾਂ ਵੀ ਤੈਨੂੰ ਵੀ ਇੱਕ ਤੋੜਾ ਦੇ ਕੇ ਗਿਆ ਕਿੱਥੇ? ਉਹਨੇ ਕਿਹਾ ਮਾਲਕ 1 ਮਿੰਟ ਠਹਿਰ ਮੈਂ ਹੁਣੇ ਆਇਆ। ਗਿਆ ਜਾ ਕੇ ਜਿੱਥੇ ਨੱਪਿਆ ਸੀ ਚੁੱਕ ਕੇ ਲਾਇਆ। ਕਹਿੰਦਾ ਲੈ ਮਾਲਕ ਦਾ ਤੋੜਾ। ਉਹਨੇ ਕਿਹਾ ਕਿ ਇਹਦੇ ਨਾਲ ਪ੍ਰੋਫਿਟ ਵੀ ਤਾਂ ਦੇਣਾ ਤੂੰ ਮੈਨੂੰ, ਲੈਣ ਦੇਣ ਕੀਤਾ ਇਹਦੇ ਨਾਲ। ਸਾਰੀ ਗੱਲ ਹੈ ਲੈਣ ਦੇਣ ਕਰਾਂਗੇ, ਮੈਂ ਕੋਈ ਬਿਜ਼ਨਸ ਕਰਾਂਗਾ ਉਹਦੇ ਵਿੱਚ ਪ੍ਰੋਫਿਟ ਮਿਲਦਾ ਹੈ, ਪ੍ਰੋਫਿਟ ਮਿਲਦਾ ਹੈ। ਯਾਨੀ ਕਿ ਤੁਸੀਂ ਅਗਰ ਦਿਹਾੜੀ ਕਰਨ ਜਾਓਗੇ ਨਾ ਤਾਂ ਦਿਹਾੜੀ ਦੀ ਵਿੱਚ ਤੁਹਾਨੂੰ ਮਜ਼ਦੂਰੀ ਤਾਂ ਮਿਲੇਗੀ ਨਾ, ਕੁਝ ਮਿਲੇਗਾ, ਕੁਝ ਐਫਰਟ ਕਰੋਗੇ ਤੇ। ਉਹਨੇ ਕਿਹਾ ਵੀ ਪ੍ਰੋਫਿਟ। ਉਹਨੇ ਕਿਹਾ ਮਾਲਕ ਮੈਨੂੰ ਪਤਾ ਸੀ ਤੂੰ ਬੜਾ ਸਖਤ ਹੈ, ਤੂੰ ਬੜਾ ਸਖਤ ਹੈ, ਤੇ ਇਸ ਲਈ ਮੈਂ ਨਾ ਤੋੜਾ ਦਬਾ ਕੇ ਰੱਖਿਆ।
ਉਹਨੇ ਕਿਹਾ ਕਮਲਿਆ ਮੈਂ ਤੈਨੂੰ ਲੈਣ ਦੇਣ ਕਰਨ ਵਾਸਤੇ ਤੋੜਾ ਦਿੱਤਾ ਸੀ, ਕਾਰੋਬਾਰ ਕਰਨਾ। ਤੈਨੂੰ ਦਬਾਉਣ ਵਾਸਤੇ ਥੋੜੀ ਦਿੱਤਾ ਸੀ। ਠੀਕ ਹੈ ਤੈਨੂੰ ਇਹਦੇ ਚ ਨਫਾ ਜਾਂ ਨੁਕਸਾਨ ਹੁੰਦਾ ਉਹ ਤਾਂ ਮੇਰੀ ਜ਼ਿੰਮੇਵਾਰੀ ਸੀ। ਜਦੋਂ ਮੈਂ ਤੈਨੂੰ ਕਿਹਾ ਕਿ ਲੈਣ ਦੇਣ ਕਰ ਮੇਰਾ ਤੇ ਤੇਰਾ ਕੰਮ ਸੀ ਲੈਣ ਦੇਣ ਕਰਨਾ। ਉਹਨੇ ਕਿਹਾ ਇਹਨੂੰ ਫੜੋ, ਇਹਨੂੰ ਛੱਡੋ ਉਸ ਜਗ੍ਹਾ ਤੇ ਜਿੱਥੇ ਰੋਣਾ ਤੇ ਦੰਦਾਂ ਦਾ ਪੀਸਣਾ ਹੈ। ਸਾਨੂੰ ਇਹ ਜਿਹੜੀ ਬਾਡੀ ਹੈ ਨਾ ਲੈਣ ਦੇਣ ਕਰਨ ਵਾਸਤੇ ਮਿਲੀ ਹੈ, ਇਹਨੂੰ ਇਸਤੇਮਾਲ ਕਰਨ ਵਾਸਤੇ ਮਿਲੀ ਹੈ ਤੇ ਅਸੀਂ ਆਪਣੇ ਆਪ ਨੂੰ ਰੋਕ ਕੇ ਬੈਠੇ ਆ। ਨਾ ਅੱਖੇ ਲੱਗਣ ਵਾਲੀ ਗੱਲ ਇਹ ਤੋੜੇ ਨੇ ਮੇਰੇ ਅੰਦਰ ਜਿਹੜੀ ਬਰਕਤ ਨਾ ਮੇਰੇ ਕੋਲ ਮੈਂ ਕਲਾਮ ਬਣਾ ਸਕਣਾ ਵਾ, ਫੇਰ ਵੀ ਕਲਾਮ ਨੂੰ ਲੈ ਕੇ ਬੈਠਾ ਰਵਾਂ। ਉਹ ਕਹੇਗਾ ਵੀ ਮੈਂ ਤੈਨੂੰ ਅੱਗੇ ਸੁਣਾਉਣ ਵਾਸਤੇ ਦਿੱਤਾ ਹੈ ਕਲਾਮ, ਤੂੰ ਇਸ ਡਰ ਤੋਂ ਕਹਿ ਦਿੱਤਾ, ਤੂੰ ਇੱਥੇ ਆ ਕੇ ਨਹੀਂ ਬੈਠਾ ਕਿ ਯਾਰ ਬਜ਼ੁਰਗ ਬੰਦੇ ਨੇ ਕਿਤੇ ਮੇਰੇ ਨਾਲ ਕੋਈ ਹਾਮੀ ਨਹੀਂ ਕਰ ਦੇਣ। ਹੋ ਜਾਂਦਾ ਨਾ ਬਜ਼ੁਰਗਾਂ ਦੀ ਸੋਚ ਮਿਲਾਣਾ ਥੋੜਾ ਮੁਸ਼ਕਲ ਹੋ ਜਾਂਦਾ ਨਾ, ਬਜ਼ੁਰਗਾਂ ਨਾਲ ਸੋਚ ਮਿਲਾਣਾ, ਤੇ ਉਹ ਕਈ ਲੋਕ ਨਿਕਲ ਜਾਂਦੇ ਨੇ। ਲੇਕਿਨ ਮੇਰੇ ਕੋਲ ਜਿਹੜੀ ਚੀਜ਼ ਮੈਨੂੰ ਉਹਨੇ ਅੱਗੇ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ। ਉਹਨੇ ਕਿਹਾ ਇੱਥੇ ਬਹਿਣਾ ਹੈ, ਉਹਨੇ ਕਿਹਾ ਇੱਥੇ ਬਹਿਣਾ ਹੈ ਤੇ ਗੱਲਬਾਤ ਕਰਨੀ ਹੈ, ਕਿਉਂਕਿ ਜਿਹੜਾ ਅੰਦਰ ਹੈ ਉਹ ਮੈਨੂੰ ਬਹਿਣ ਉਹਨੇ ਮੈਨੂੰ ਸਕੂਨ ਨਾਲ ਲੰਘਣ ਨਹੀਂ ਦੇਣਾ ਇੱਥੋਂ। ਕਿ ਇਹਨਾਂ ਨੂੰ ਸਮਝਾ ਤਾਂ ਸਕਣਾ ਨਾ, ਅਮਲ ਕਰਨਾ ਤਾਂ ਤੁਹਾਡੇ ਆਪਣੇ ਕੰਮ ਹੈ ਨਾ, ਤੁਸੀਂ ਅਮਲ ਕਰੋ ਜਾਂ ਨਾ ਕਰੋ। ਸੋ ਗੱਲ ਇਹ ਆ ਕਿ ਅਸੀਂ ਅਗਰ ਕੋਸ਼ਿਸ਼ ਕਰੀਏ ਨਾ ਤੇ ਮੁਮਕਿਨ ਹੋ ਸਕਦਾ ਹੈ। ਘਰ ਦੇ ਅਸੀਂ ਨਾ ਮੁਖੀਆ ਯਾਨੀ ਕਿ ਘਰ ਦੇ ਸਰਬਰਾਹ ਵੱਡੇ ਆ ਤੇ ਅਸੀਂ ਆਪਣੇ ਘਰ ਨੂੰ ਪੁੰਜ ਕੇ ਰੱਖਿਆ ਹੁੰਦਾ ਹੈ, ਧੀਆਂ ਭੈਣਾਂ ਨੂੰ, ਭਾਈਆਂ ਨੂੰ, ਬੱਚਿਆਂ ਨੂੰ। ਅਗਰ ਕੁਝ ਕਰਦੇ ਚੰਗੇ ਮੰਦੇ ਕੋ ਡਾਂਟਨੇ ਆ ਨਾ, ਤੇ ਅਗਰ ਅਸੀਂ ਇਸੇ ਹੀ ਇਖਤਿਆਰ ਦਾ ਇਸਤੇਮਾਲ ਕਰਦੇ ਹੋਏ ਇਸੇ ਹੀ ਆਪਣੀ ਅਥਾਰਟੀ ਦਾ, ਕਿਉਂਕਿ ਅਸੀਂ ਹੈਗੇ ਆ ਮੁਖੀਆ ਵਾ ਨਾ ਘਰ ਦੇ, ਸਰਬਰਾਹ ਵਾ, ਵੱਡੇ ਆ, ਤੇ ਵੱਡੇ ਹੁੰਦੇ ਹੋਇਆ ਅਗਰ ਅਸੀਂ ਡੰਡੇ ਦੀ ਜ਼ੋਰ ਤੇ ਇਹਨਾਂ ਨੂੰ ਬਿਠਾਈਏ ਘਰ ਰੋਜ਼ ਸ਼ਾਮ ਨੂੰ ਇਕੱਠਾ ਕਰਕੇ ਬਹੁ ਵੀ ਦੁਆ ਕਰੋ, ਇਹ ਆ ਜ਼ਿੰਮੇਵਾਰੀ ਪੂਰੀ ਕਰਦੇ ਪਏ ਤੁਸੀਂ ਆਪਣੇ ਵੱਡੇ ਹੋਣ ਦੀ। ਤੇ ਅਗਰ ਅਸੀਂ ਸਿਰਫ ਦੁਨਿਆਵੀ ਕੰਮਾਂ ਤੇ ਸਿਰਫ ਅਸੀਂ ਢਾਂਦੇ ਫਿਰਨੇ ਆ ਤੇ ਅਸੀਂ ਉਹਨਾਂ ਨੂੰ ਮੇਨ ਕੰਮ ਕਰਨ ਲਈ ਕਹਿੰਦੇ ਨਹੀਂ ਪਏ ਵੀ ਤੁਹਾਡੇ ਕੋਲ ਜਿਹੜੇ ਤੋੜੇ ਨੇ ਤੁਸੀਂ ਦੁਆ ਕਰ ਸਕਦੇ ਜੇ, ਤੇ ਕਿਉਂ ਨਹੀਂ ਕਰਦੇ? ਆਓ ਤੇ ਬਵੋ, ਇਹ ਸਾਡਾ ਕੰਮ ਹੈ। ਇਹੋ ਹੀ ਤੋੜੇ ਨੇ, ਬੁਰਾਈ ਤਾਂ ਆਪੇ ਨਿਕਲੇਗੀ ਘਰ ਦੇ ਕਿਉਂ ਜੀ ਬਜ਼ੁਰਗੋ, ਨਿਕਲੇਗੀ ਕਿ ਨਹੀਂ? ਕਿਸੇ ਦੇ ਘਰ 10 ਨੇ, ਕਿਸੇ ਦੇ ਘਰ 12 ਨੇ, ਜਿਵੇਂ ਉਹ ਚੱਲਦੇ ਆ ਨੂੰ ਬਿਲਕੁਲ ਬਾਤ ਹੀ ਭਰਾ ਸੀ ਉਹ ਕੱਲਾ ਸੀ। ਅਰੇ ਅਲੱਗ ਤਰ੍ਹਾਂ ਦੀ ਕੋਈ ਘਰ ਦੇ ਅੰਦਰੋਂ ਕੋਈ 뮤직 ਵਜਾਉਣ ਵਾਲਾ ਹੈ, ਕੋਈ ਗਾਣ ਵਾਲਾ ਹੈ, ਕੋਈ ਕਲਾਮ ਸੁਣਾਉਣ ਵਾਲਾ, ਕੋਈ ਦੁਆ ਕਰਨ ਵਾਲਾ ਹੈ। ਹਰ ਬੰਦੇ ਕੋਲ ਅਲੱਗ ਤੋੜਾ ਹੈ। ਤੁਸੀਂ ਉਹ ਸਾਰੇ ਤੋੜਿਆਂ ਨੂੰ ਕਰੋ ਇਕੱਠਾ ਇੱਕ ਜਗ੍ਹਾ ਤੇ ਇੱਕ ਵਜਾਏ ਤਾਰੀ ਤੇ ਇੱਕ ਘਰੇ ਦੁਆ ਤੇ ਇੱਕ ਸੁਣਾਏ ਕਲਾਮ, ਕੋਈ ਪੜ ਸਕਦਾ ਹੈ ਘਰ ਦੇ ਅੰਦਰ। ਤੇ ਲੱਗਾ ਕਿ ਨਹੀਂ ਚਰਚ ਘਰ ਦੇ ਅੰਦਰ ਅੱਧੇ ਪੌਣੇ ਘੰਟੇ ਲਈ ਬਿਠਾਓ। ਤੇ ਮੈਨੂੰ ਬਜ਼ੁਰਗ ਬਿਮਾਰ ਨੇ, ਮੈਂ ਅਕਸਰ ਕਹਿੰਦਾ ਹੁੰਦਾ ਪਾਦਰੀ ਕੋਲ ਜਾਣ ਦੀ ਜ਼ਰੂਰਤ ਹੀ ਨਹੀਂ ਹੈਗੀ ਅਗਰ ਤੁਹਾਡੇ ਘਰ ਹੀ ਚਰਚ ਲੱਗ ਜੇ ਤੇ। ਅਸੀਂ ਆਪ ਹੀ ਦੁਆ ਕਰੀਏ ਤੇ ਕਿਆ ਮੇਰੀ ਰੱਬ ਨਹੀਂ ਸੁਣਦਾ ਜਾਂ ਬਜ਼ੁਰਗ ਦੀ ਰੱਬ ਨਹੀਂ ਸੁਣੇਗਾ? ਉਹਦੀ ਵੀ ਸੁਣੇਗਾ, ਮੇਰੀ ਵੀ ਸੁਣਦਾ, ਉਹਦੀ ਵੀ ਸੁਣੇਗਾ, ਇਹਨਾਂ ਦੇ ਵੀ ਸੁਣਨਗੇ ਅਗਰ ਜਾਣਗੇ ਤੇ ਫੇਰ ਹੈ ਨਾ। ਇਸ ਲਈ ਅਗਰ ਅਸੀਂ ਆਪਣੇ ਜਾਣਾ ਜ਼ਰੂਰੀ ਹੈ ਤੇ ਫਿਰ ਪਾਦਰੀ ਨੂੰ ਵਿਜ਼ਿਟ ਕਰਨ ਦੀ ਜ਼ਰੂਰਤ ਨਹੀਂ, ਤੁਹਾਡਾ ਆਪਦਾ ਦਿਲ ਕਰੇਗਾ ਚਰਚ ਜਾਣ ਤੇ, ਬਾਈਬਲ ਤੁਹਾਨੂੰ ਕਹੇਗੀ। ਸਹੀ ਗੱਲ, ਜਿਹੜੀ ਤੁਹਾਡੇ ਅੰਦਰ ਚੀਜ਼ ਉਹ ਨਹੀਂ ਤੁਹਾਨੂੰ ਉਹ ਹੀ ਨਹੀਂ ਖਲੋਣ ਦੇਗੀ ਤੁਹਾਨੂੰ, ਯਿਸੂ ਨਹੀਂ ਖਲੋਣ ਦੇਗਾ ਜਿਹੜਾ ਸਾਡੇ ਅੰਦਰ ਆ ਜਾਂਦਾ। ਜਾਣ ਤੋਂ ਪਹਿਲੇ ਉਹਨੇ ਵਾਅਦਾ ਕੀਤਾ ਸੀ ਰਸੂਲਾਂ ਦੀ ਅਮਾਨਤ, ਪਹਿਲੇ ਬਾਬ ਦੀ 8ਵੀਂ ਆਇਤ ਦੇ ਅੰਦਰ ਉਹਨੇ ਕਿਹਾ ਸੀ ਪਹਿਲੇ ਯਹੂਦੀਆ, ਪਹਿਲੇ ਯਰੂਸ਼ਲਮ, ਫਿਰ ਯਹੂਦੀਆ, ਫਿਰ ਸਾਮਰੀਆ ਤੇ ਫਿਰ ਜ਼ਮੀਨ ਦੀ ਇੰਤਹਾ ਤੱਕ। ਉਹਨੇ ਕਿਹਾ ਸੀ ਪਹਿਲੇ ਘਰ ਮਸਬਾ ਕਾਇਮ ਕਰਨਾ, ਘਰ ਵਾਲੇ ਨੂੰ ਪਹਿਲੇ ਠੀਕ ਕਰਨਾ, ਫਿਰ ਬਾਹਰ ਵਾਲੇ ਨੂੰ ਠੀਕ ਕਰਨਾ, ਫਿਰ ਸਿਟੀ ਸ਼ਹਿਰਾਂ ਨੂੰ ਠੀਕ ਕਰਨਾ, ਫਿਰ ਦੁਨੀਆ ਨੂੰ ਠੀਕ ਕਰਨ ਲਈ ਨਿਕਲਣਾ। ਤੇ ਮੈਂ ਅਗਰ ਬਾਹਰ ਵਾਲਿਆਂ ਨੂੰ ਠੀਕ ਕਰਨ ਲਈ ਨਿਕਲ ਜਾਵਾਂ ਤੇ ਮੇਰੇ ਘਰ ਵਾਲੇ ਠੀਕ ਨਾ ਹੋਣ ਤੇ ਪ੍ਰੋਬਲਮ ਹੈ ਨਾ। ਤੇ ਮੇਰੇ ਘਰ ਵਾਲੇ ਉਹ ਨੇ ਜਿਨ੍ਹਾਂ ਦੇ ਵਿੱਚ ਮੈਂ ਬਹਿ ਜਾਣਾ, ਮੈਂ ਕਹਿੰਦਾ ਮੇਰੇ ਘਰ ਵਾਲੇ। तो कई यीशु ने किया पड़ोसी केड़ा है? वो फरीसी किसी बंदे ने पूछ लिया सी, अमीर आदमी ने, मेरा पड़ोसी कौन है? उन्हें क्या कि एक बंदा सी, ओनू कोई मार के डाकू सुट के चले गए। उतो एक काहिन गुजरिया, एक फक्की फरीसी गुजरिया, शरह दा आलम सी, एक पादरी गुजरिया ते ओने ओनू वेख्या ते चुप करके चला गया। फिर एक और लावी गुजरिया, नहीं सर, फिर एक उतो लावी गुजरिया, लावी ने भी ओनू वेख्या, वेख के ते चला गया। फिर लिखिया उस एक सामरी गुजरिया, सामरी वो शख्स सी जिन्हों जादूगर कहते हैं। सामरी वो तुसी सुनिया होगा, सामरी जादूगर ना एक बड़ा मशहूर है। सामरी एक गुजरिया जेड़ा
ਖੁਦਾਵੰਦ ਦੇ ਨਾਲ ਸ਼ਾਇਦ ਉਹਦਾ ਇੰਨਾ ਤਾਲੁਕ ਨਹੀਂ ਸੀਗਾ, ਗੁਨਾਹ ਦੇ ਵਿੱਚ ਜ਼ਿੰਦਗੀ ਬਸਰ ਕਰਦਾ ਪਿਆ ਸੀ। ਉਹਨੇ ਵੇਖਿਆ ਬੰਦੇ ਨੂੰ ਕੋਈ ਮਾਰ ਕੇ ਡਾਕੂ ਸੁੱਟ ਕੇ ਗਏ ਨੇ, ਲਿਖਿਆ ਹੈ ਉਹਨੇ ਉਸ ਬੰਦੇ ਨੂੰ ਚੁੱਕਿਆ, ਆਪਣੇ ਗੱਡੇ ਤੇ ਸਵਾਰ ਕੀਤਾ ਤੇ ਤਬੀਬ ਕੋਲ ਲੈ ਗਿਆ, ਡਾਕਟਰ ਕੋਲ ਲੈ ਗਿਆ, ਤੇ ਉਹਨੂੰ ਜਾ ਕੇ ਉਹਨੂੰ ਕਿਹਾ ਇਹਦੀ ਤੀਮਾਰਦਾਰੀ ਕਰ, ਤੇ ਉਹਨੂੰ ਪੈਸੇ ਕੱਢ ਕੇ ਦਿੱਤੇ, ਜਿੰਨੀ ਦੇਰ ਤੱਕ ਠੀਕ ਨਹੀਂ ਹੁੰਦਾ ਇਹਦਾ ਖਿਆਲ ਕਰ, ਤੇ ਵਾਪਸੀ ਤੇ ਮੈਂ ਫੇਰ ਆਵਾਂਗਾ, ਅਗਰ ਪੈਸੇ ਜ਼ਿਆਦਾ ਲੱਗੇ ਮੈਂ ਫੇਰ ਦਿਆਂਗਾ। ਤੇ ਉਹਨੂੰ ਪਾਦਰੀ ਨੂੰ ਉਹਨੂੰ ਪੁੱਛਿਆ, ਅਮੀਰ ਆਦਮੀ ਨੂੰ, ਹੁਣ ਦੱਸ ਪੜੋਸੀ ਕਿਹੜਾ ਹੈ, ਉਸ ਡਾਕੂ ਦਾ ਪੜੋਸੀ ਕਿਹੜਾ ਠਹਿਰਿਆ? ਉਹਨੇ ਕਿਹਾ ਜਿੰਨੇ ਉਹਨੂੰ ਬਚਾਇਆ ਉਹਦਾ ਪੜੋਸੀ ਹੈ। ਉਹਨੇ ਕਿਹਾ ਬਸ ਫਿਰ ਇਸ ਤਰ੍ਹਾਂ ਹੀ ਆਪਣੇ ਪੜੋਸੀ ਨਾਲ ਮੁਹੱਬਤ ਕਰ, ਜਿੱਥੇ ਤੂੰ ਬਹਿ ਜਾਊਗਾ ਤੇਰਾ ਪੜੋਸੀ। ਇਸ ਵਕਤ ਅੰਕਲ ਜੀ ਮੇਰੇ ਪੜੋਸੀ ਨੇ, ਭਾਈ ਚੌਕਰ ਮੇਰੇ ਪੜੋਸੀ ਨੇ, ਤੁਸੀਂ ਮੇਰੇ ਪੜੋਸੀ ਹੋ, ਤੇ ਮੇਰਾ ਕੰਮ ਹੈ ਤੁਹਾਡਾ ਇਲਾਜ ਕਰਨਾ। ਬੰਦ ਹੈ ਸਰ, ਮੇਰਾ ਕੰਮ ਹੈ ਇਲਾਜ ਕਰਨਾ, ਕਿਉਂਕਿ ਬਾਈਬਲ ਕਹਿੰਦੀ ਹੈ। ਤੇ ਇਲਾਜ ਜਿਸਮਾਨੀ ਨਹੀਂ, ਇਲਾਜ ਰੂਹਾਨੀ ਹੁੰਦਾ ਹੈ। ਬਾਗੇ ਏਦਨ ਦੇ ਅੰਦਰ, ਬਾਗੇ ਏਦਨ ਦੀ ਗੱਲ ਕਰਨੀ ਹੈ ਜੀ, ਯਿਸੂ ਜਦੋਂ